वाहिगुरु। गुरु नानक पद पंकज बंदन पंकज बंदना सिमरो अंगद दुख निकंदना गुरु अमरदास हृदय नित त्याऊं हृदय नित त्याऊं श्री गुरु रामदास गुण गाऊं गुरु अर्जन विघ्नन के नाशक विघ्नन की नासक श्री हर गोबिंद सुमत परिहासक श्री हर राय नमो कर जोई नमो कर जोई श्री हर कृष्ण मनाओ बहोरी गुरु तेग बहादुर परम कृपाला परम कृपाला श्री गुरु गोविंद सिंह विशाला करो तरा पर पुन पुन सीसा पुन 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 सीसा मनो बार बार जगदीसा एक सतगुरु तेहि प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए दोहरा रह बिन सके जानिस कारण हृदय लखे गुर कहे उदाहरण बीच आनंदपुर बड़े आनंद मेरे आनगन सिख बिलंद वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनों, रोजाना की तरह पातशाह जी की अपार किरपा बख्शिश का सरका पिछले पहर के दीवान सजाते हुए आप जी गुरु चरणों विखे हाजिरियां लवा रहे हो। आओ लड़ीवार इतिहास की कथा विचार नाल जुड़ना करिए जी। अपना विचारा सफल कर रहे सी भाई साहब भाई नंद लाल जी गोया का सतगुरां जी की शरण विच आउणा और फिर इत्थे कई तरह के कौतक होए। भाई नंद लाल जी ने अनेकों तरह दीयां गजलां कवितावां बैत आदि बना करके सतगुरां नूं सुनाउणे। सतगुरां ने बड़े खुश होना गुरु प्यारे। कहते एक दिन संगत विच गल चल पई लंगरां दे खर्चे दी। तो फिर उत्थे ये भी गल चली, सतगुरु पातशाह जी ने पूछा भी तुहाडे लंगर किवें चलदे है? सारे कहन लगे जी बहुत वधिया चलते हैं, जदों कोई आउंदा उदों छका दिंदे आ। फिर सतगुरु पातशाह जी इन्हां दे लंगरां दी एक दिन ਪ੍ਰੀਖਿਆ ਲੈਂਦੇ ਆ। ਇਹ ਵਿਚਾਰ ਕੱਲ ਆਪਾਂ ਸਰਵਣ ਕਰ ਰਹੇ ਸੀ। ਆਓ ਆਰੰਭ ਕਰਕੇ ਅੱਗੇ ਸਰਵਣ ਕਰੀਏ ਜੀ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਤੇ ਦਾਸ ਦੀਆਂ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਰਹਿ ਮਿਲ ਸਕੇ ਜਾਨ ਇਸ ਕਾਰਨ ਹ੍ਰਿਦੈ ਲਖੇ ਗੁਰ ਕਰਿ ਉਦਾਹਰਨ। ਉਹ ਨੰਦ ਲਾਲ ਜਿਹੜਾ ਬਹਾਦਰ ਸ਼ਾਹ ਦਾ ਮਿੱਤਰ ਸੀਗਾ, ਭਾਵੇਂ ਇਹ ਹਿੰਦੂਆਂ ਦਾ ਬੱਚਾ ਸੀ ਪਰ ਬਹਾਦਰ ਸ਼ਾਹ ਦਾ ਬਹੁਤ ਪਿਆਰਾ ਦੋਸਤ ਸੀਗਾ ਤੇ ਉਹਦਾ ਮੁਨੀਮ ਵੀ ਸੀ। ਬਹਾਦਰ ਸ਼ਾਹ ਦਾ ਕਦੇ ਕਦੇ ਮਿਲਣ ਨੂੰ ਜੀ ਵੀ ਕਰਦਾ ਪਰ ਆਪਣੇ ਪਿਤਾ ਤੋਂ ਡਰਦਾ। ਸ਼ਰਾਬਾਦੀ ਮੁਸਲਮਾਨਾਂ ਤੋਂ ਵੀ ਡਰਦਾ ਕਿਤੇ ਮੇਰੇ ਤੇ ਕੋਈ ਫਤਵਾ ਨਾ ਲਾ ਦੇਣ। इधर भाई साहब भाई नंद लाल जी गोया जिहड़े हन हुण आनंदपुर साहिब विच वसन लगे और इत्थे वसदिया होया सतगुरां ने इन्हां दी ड्यूटी एक लंगर विच ला दित्ती है। क्योंकि सतगुरु सेवा करके सिख नूं साफ करते हैं, सिख के दिमाग की सुख की सफाई करते हैं। और जिथे इन्हां नूं एक लंगर चलाउण नूं कहा उत्थे होर भी कई लंगर चलते हैं। ते गुरु प्यारे एक दिन गुरु की हजूरी में बैठे उन्होंने लंगरां दे सारे प्रबंधक बैठे हैं लांगरी
ਜਿਹੜੇ ਲੰਗਰ ਚਲਾਉਂਦੇ ਹਨ, ਕਿਉਂਕਿ ਸੰਗਤ ਬਹੁਤ ਆਉਂਦੀ ਹੈ ਅਨੰਦਪੁਰ ਸਾਹਿਬ ਦੇ ਵਿੱਚ, ਇਸ ਕਰਕੇ ਅਲੱਗ-ਅਲੱਗ ਲੰਗਰਾਂ ਦੀ ਵਿਵਸਥਾ ਕੀਤੀ ਆ। ਉਹਨਾਂ ਲਾਂਗਰੀਆਂ ਨੇ ਗੱਲ ਚਲਾਈ ਖਾਚੇ ਪਾਣੀ ਦੀ ਲੰਗਰ ਵਾਸਤੇ। ਉਹ ਗੱਲ ਚੱਲਦਿਆਂ ਪਾਤਸ਼ਾਹ ਨੇ ਪੁੱਛਿਆ ਤੁਹਾਡੇ ਲੰਗਰ ਕਿਵੇਂ ਚੱਲਦੇ ਆ? ਕਹਿੰਦੇ ਜੀ ਬਹੁਤ ਵਧੀਆ ਚੱਲਦੇ ਆ। ਜਿਵੇਂ ਬੱਚਿਆਂ ਨੂੰ ਜਦੋਂ ਕੋਈ ਸਵਾਲ ਆਉਂਦਾ ਹੋਵੇ ਸਾਰੀ ਬਾਹਾਂ ਖੜੀਆਂ ਕਰ ਦਿੰਦੇ ਆ, ਮੈਨੂੰ ਆਉਂਦਾ ਜੀ। ਤੇ ਪਾਤਸ਼ਾਹ ਜੀ ਨੂੰ ਕਹਿੰਦੇ ਹਾਂ ਜੀ ਬਹੁਤ ਵਧੀਆ ਚੱਲਦੇ ਆ, ਜਦੋਂ ਕੋਈ ਆਉਂਦਾ ਉਦੋਂ ਹੀ ਛਕਾ ਦਿੰਦੇ ਆ। ਤੇ ਇੱਕ ਦਿਨ ਪਾਤਸ਼ਾਹ ਇਹਨਾਂ ਦੇ ਲੰਗਰਾਂ ਦੀ ਪ੍ਰੀਖਿਆ ਕਰਦੇ ਹਨ। ਬੀਜ ਅਨੰਦਪੁਰ ਬੜੇ ਆਨੰਦ, ਮਿਲੇ ਆਨੰਦ ਸਿੱਖ ਬਿਲੰਦ। ਇਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਅੱਜ ਇਕੱਤਰ ਹੋਈਆਂ ਹਨ। ਸਭ ਡੇਰਿਆਂ ਮੇ ਲੰਗਰ ਹੋਏ, ਭੂਖਾ ਰਹਿ ਨਾ ਪਾਵੇ ਕੋਏ। ਸਾਰੇ ਡੇਰਿਆਂ ਦੇ ਵਿੱਚ, ਡੇਰਾ ਘਰ ਨੂੰ ਕਹਿੰਦੇ ਆ, ਤੋ ਕਾਫੀ ਸਿੱਖਾਂ ਦੀਆਂ ਡਿਊਟੀਆਂ ਲਾਈਆਂ ਵੀ ਤੁਸੀਂ ਲੰਗਰ ਚਲਾਓ। ਕੋਈ ਵੀ ਸੰਗਤ ਜਿਹੜੀ ਅਨੰਦਪੁਰ ਸਾਹਿਬ ਆਉਂਦੀ ਹੈ ਉਹ ਜਿਹੜੀ ਹੈ ਭੁੱਖੀ ਨਹੀਂ ਜਾਵੇ ਜੀ। ਭਾਈ ਗੁਰ ਡਿਗ ਇੱਕ ਦਿਨ ਚਰਚਾ, ਨਿਤ ਦੇਖਣ ਕੀ ਸਭ ਤਨ ਖਰਚਾ। ਤੇ ਇੱਕ ਦਿਨ ਫਿਰ ਲੰਗਰਾਂ ਦੇ ਖਰਚੇ ਦੀ ਗੱਲਬਾਤ ਚੱਲੀ ਹੈ। ਵਿਚ ਡੇਰੇ ਸਗਲੇ ਕਰਹੀ, ਭਾਉ ਭਗਤ ਕੋ ਨੀਕੇ ਤਰਹੀ। ਉਹ ਸਾਰਿਆਂ ਨੇ ਆਪੋ ਆਪਣੇ ਡੇਰਿਆਂ ਵਿੱਚ ਲੰਗਰ ਚਲਾਉਣੇ ਸ਼ੁਰੂ ਕੀਤੇ ਔਰ ਬਹੁਤ ਪ੍ਰੇਮਾ ਭਗਤੀ ਦਾ ਵਿਖਾਵਾ ਕਰਦੇ ਹਨ। ਭਲੇ ਭਲੇ ਸਿੱਖ ਕਰੇ ਬਖਾਨਾ, ਗੁਰ ਜੀ ਨਗਰ ਹੋਏ ਬਹਾਨਾ। ਔਰ ਕਈ ਸਿੱਖ ਸੰਗਤਾਂ ਕਹਿੰਦੀਆਂ ਜੀ ਬਹੁਤ ਲੰਗਰ ਚੱਲਦੇ ਹਨ ਅਨੰਦਪੁਰ ਸਾਹਿਬ ਦੇ ਵਿੱਚ। ਕਲਗੀ ਤਰਕੈ ਕਰੇ ਸੁਆਚੇ, ਤੂੰ ਆਪ ਦੇਖੇ ਉਰ ਬਾਛੇ। ਪਾਤਸ਼ਾਹ ਕਹਿੰਦੇ ਚੰਗੀ ਗੱਲ ਹੈ ਭਾਈ, ਤੁਸੀਂ ਚੰਗਾ ਕੰਮ ਕਰਦੇ ਹੋ, ਫਿਰ ਵੀ ਮੈਨੂੰ ਆਪ ਲੰਗਰ ਵੇਖਣ ਦੀ ਇੱਛਾ ਹੈ। ਮੈਂ ਕਦੇ ਤੁਹਾਡੇ ਲੰਗਰਾਂ 'ਚ ਆਵਾਂਗਾ, ਇਹ ਵੀ ਕਹਿ ਦਿੱਤਾ, ਕਦੇ ਤੁਹਾਡੇ ਲੰਗਰਾਂ ਨੂੰ ਦੇਖਾਂਗਾ ਕਿਵੇਂ ਚੱਲਦੇ ਐ। ਬੀਤ ਗਏ ਕੇ ਤਕ ਦਿਨ ਬਾਚੇ, ਅਤਰ ਬੇਸ ਨਿਜ ਤਨ ਮੇ ਕਾਚੇ। ਇੱਕ ਦਿਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿੰਦੇ ਭੇਸ ਬਦਲੇ ਐ, ਕਿਸੇ ਸਾਧ ਦਾ ਫਕੀਰ ਦਾ ਭੇਸ ਧਾਰ ਲਿਆ, ਪਤਾ ਹੀ ਨਹੀਂ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਜੀ ਹਨ ਇਹ। ਜਿਸ ਤੇ ਜਾਣ ਸਕੇ ਨ ਕੋਏ, ਇਸ ਪ੍ਰਕਾਰ ਕੇ ਸ਼੍ਰੀ ਪ੍ਰਭ ਹੋਏ। ਜਦੋਂ ਏਦਾਂ ਦੇ ਭੇਸ ਧਾਰ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਫਿਰ ਚੱਲ ਪਏ, ਜਿਵੇਂ ਕੋਈ ਫਕਰ ਕੋਈ ਫਕੀਰ, ਹੱਥ ਵਿੱਚ ਸੋਟੀ ਜੀ ਫੜੀ ਹੋਵੇ, ਸਰਬਰ ਦਾ ਡੋਲੂ ਜਾਂ ਫੜਿਆ ਹੋਵੇ, ਐਸਾ ਮੜਾਸਾ ਜਾਂ ਮਾਰਿਆ, ਭੇਸ ਬਦਲਿਆ ਤੇ ਚੱਲ ਪਏ ਅੱਜ ਇਹਨਾਂ ਦੇ ਲੰਗਰ ਦੇਖਣ ਲਈ। ਸਿੱਖਿਆਨ ਕੇ ਡੇਰੇ ਜਬ ਗਏ, ਦਿਓ ਆਹਾਰ ਮੋਕੋ ਸੁਧ ਪਏ। ਔਰ ਕਿਸੇ ਲੰਗਰ ਦੇ ਵਿੱਚ ਗਏ ਆ ਪਹਿਲਾਂ ਇੱਕ ਦੇ ਵਿੱਚ, ਤੇ ਉਹਨਾਂ ਨੂੰ ਕਹਿੰਦੇ ਭਾਈ ਮੈਨੂੰ ਭੁੱਖ ਬੜੀ ਲੱਗੀ ਹੈ, ਪ੍ਰਸ਼ਾਦਾ ਛਕਾਓ ਜੀ। ਕੇਤਕ ਕਾਲ ਮੈਂ ਹੋਵੇ ਤਿਆਰ, ਬੈਠੋ ਬਨ ਹੈ ਲਿਓ ਆਹਾਰ। ਅੱਗੋਂ ਲਾਂਗਰੀ ਕਹਿੰਦਾ ਬਾਬਾ ਹਜੇ ਟਾਈਮ ਨਹੀਂ ਹੋਇਆਗਾ, ਹਜੇ ਬਣਿਆ ਨਹੀਂ ਲੰਗਰ, ਥੋੜਾ ਸਮਾਂ ਲੱਗੂਗਾ, ਬਹਿ ਜਾ ਉੱਥੇ। ਆਪਰ ਸਿੱਖ ਕੇ ਪਹੁੰਚੇ ਜਾਏ, ਜਾਚੂ ਆਪਣੀ ਚੁਦਾ ਜਨਾਏ। ਉੱਥੋਂ ਬਾਹਰ ਆ ਗਏ, ਦੂਜੇ ਲੰਗਰ ਦੇ ਵਿੱਚ ਚਲੇ ਗਏ, ਪ੍ਰਬੰਧਕ ਕੋਲ ਚਲੇ ਗਏ, ਲਾਂਗਰੀ ਕੋਲ ਚਲੇ ਗਏ, ਭਾਈ ਸਾਹਿਬ ਜੀ ਭੁੱਖ ਲੱਗੀ ਹੈ। ਬੋਲਿਓ ਸੂਪ ਹੋਣ ਕੀ ਦੇਰਾ, ਭੋਜਨ ਹੋ ਆਨ ਕਰ ਮੇਰਾ। ਸੂਪ ਕਹਿੰਦੇ ਆ ਤਰੀ ਵਾਲੀ ਦਾਲ ਸਬਜ਼ੀ ਆਦਿ, ਉਹਨੂੰ ਸੂਪ ਕਹਿ ਦਿੰਦੇ ਆ। ਉਹ ਕਹਿਣ ਲੱਗਿਆ ਹਜੇ ਦਾਲ ਤਿਆਰ ਨਹੀਂ ਹੋਈ, ਹਜੇ ਦਾਲ ਬਣਨ ਵਿੱਚ ਟਾਈਮ ਲੱਗੇਗਾ। ਇਸ ਤੇ ਸੁਣਤੀ ਸਰਕੇ ਗਏ, ਦਿਓ ਆਹਾਰ ਕੋ ਜਾਚਤ ਪਏ। ਇੱਥੋਂ ਗੁਰੂ ਪਿਆਰਿਓ ਫਿਰ ਤੀਜੇ ਲਾਂਗਰੀ ਦੇ ਕੋਲ ਚਲੇ ਗਏ, ਤੀਜੇ ਡੇਰੇ ਵਿੱਚ ਚਲੇ ਗਏ ਅਤੇ ਉਹਨੂੰ ਵੀ ਬੇਨਤੀ ਕਰਦੇ ਆ, ਗੁਰਮੁਖਾ ਭੁੱਖ ਲੱਗੀ ਸੀ, ਥੋੜਾ ਭੋਜਨ ਦੇ ਦਿਓ। ਸੋ ਕਹਿ ਪਰਨੋ ਰਿਓ ਨੰਦ, ਦੀਜੇ ਪੀਰ ਟਹਿਰਿਕ ਬੰਦ। ਉਹ ਲਾਂਗਰੀ ਕਹਿੰਦਾ ਹਜੇ ਭੋਗ ਨਹੀਂ ਲਾਇਆ, ਆਨੰਦ ਸਾਹਿਬ ਨਹੀਂ ਪੜਿਆ ਗਿਆ ਹਜੇ, ਕਹਿੰਦਾ ਭੋਗ ਨਹੀਂ ਲਾਇਆ, ਭੋਗ ਲੱਗੇ ਬਿਨਾ ਨਹੀਂ ਮੈਂ ਦਿੰਦਾ। ਇਸ ਕਰਕੇ ਗੁਰੂ ਪਿਆਰਿਓ ਸਤਿਗੁਰਾਂ ਦਾ ਜਿਹੜਾ ਹੈ ਨਾ ਕਾਨੂੰਨ ਅਨੋਖਾ ਹੀ ਹੈ, ਹਰੇਕ ਨੂੰ ਸਮਝ ਨਹੀਂ ਆਉਂਦੀ। ਇੱਕ ਵਾਰੀ ਸਿੱਖ ਸੰਗਤਾਂ ਕਸ਼ਮੀਰ ਵੱਲ ਗਈਆਂ, ਛੇਵੇਂ ਪਾਤਸ਼ਾਹ ਜੀ ਉੱਧਰ ਗਏ ਹੋਏ ਸਨ ਔਰ ਸੰਗਤਾਂ ਨੇ ਇੱਕ ਛੋਟੀ ਮੱਖੀ ਦੇ ਮਖਿਆਲ ਦਾ ਮਟਕਾ ਭਰਿਆ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ। ਰਸਤੇ ਵਿੱਚ ਇੱਕ ਸਰਾਂ ਪੈਂਦੀ ਸੀ ਇੱਕ ਸਿੱਖ ਦੀ, ਤੇ ਉਹ ਸਿੱਖ ਨੇ ਰਾਤ ਕੱਟੀ ਤੇ ਤੜਕੇ ਜਾ ਤੁਰਨ ਲੱਗੇ ਤੇ ਸਿੱਖ ਨੇ ਪੁੱਛਿਆ ਮਟਕੇ 'ਚ ਕੀ ਹੈ? ਕਹਿੰਦੇ ਮਟਕੇ ਦੇ ਵਿੱਚ ਤਾਂ ਛੋਟੀ ਮੱਖੀ ਦਾ ਸ਼ਹਿਦ। ਉਹ ਕਹਿੰਦਾ ਭਾਈ ਸਾਹਿਬ ਥੋੜਾ ਜਿਹਾ ਮੈਨੂੰ ਦੇ ਦਿਓ ਯਾਰ, ਮੈਨੂੰ ਖੰਘ ਲੱਗੀ ਹੋਈ ਆ ਤੇ ਮੇਰਾ ਗਲਾ ਖਰਾਬ ਹੈ। ਕਹਿੰਦੇ ਨਾ ਨਾ, ਪਹਿਲਾਂ ਬਾਬੇ ਨੂੰ ਭੋਗ ਲਵਾਵਾਂਗੇ ਫਿਰ ਦੇਵਾਂਗੇ। ਕੋਈ ਸਮਝੋ ਬਿਲਕੁਲ ਨਹੀਂ, ਅਸੀਂ ਹਰਗੋਬਿੰਦ ਸਾਹਿਬ ਨੂੰ ਪੇਸ਼ ਕਰਨਾ, ਉਹ ਜਿਹਨੂੰ ਮਰਜ਼ੀ ਦੇਣ, ਅਸੀਂ ਨਹੀਂ ਦੇ ਸਕਦੇ।
ਉਸੇ ਤਰ੍ਹਾਂ ਬੰਦ ਮਟਕਾ ਲੈ ਕੇ ਛੇਵੇਂ ਪਾਤਸ਼ਾਹ ਕੋਲ ਕਸ਼ਮੀਰ 'ਚ ਪਹੁੰਚ ਗਏ। ਉਸ ਤੋਂ ਕੋਈ 5-7 ਕਿਲੋਮੀਟਰ ਉਹਦਾ ਜਿਹੜਾ ਉਹ ਸਰਾਂ ਸੀ ਸਿੱਖ ਦੀ। ਤਾਂ ਗੁਰੂ ਪਿਆਰਿਓ ਜਦੋਂ ਪਾਤਸ਼ਾਹ ਕੋਲ ਪਹੁੰਚੇ, ਨਮਸਕਾਰ ਕੀਤੀ, ਮੱਥਾ ਟੇਕਿਆ, ਮਟਕਾ ਮੂਹਰੇ ਧਰਤਾ, ਉੱਤੇ ਪੋਣਾ ਬੰਨਿਆ ਹੋਇਆ। ਕਹਿੰਦੇ ਸਿੱਖੋ ਕੀ ਲੈ ਕੇ ਆਇਓ? ਮਹਾਰਾਜ ਜੀ ਇਹ ਛੋਟੀ ਮੱਖੀ ਦਾ ਸ਼ਹਿਦ ਇਕੱਠਾ ਕੀਤਾ ਜੋ ਆਪ ਜੀ ਲਈ ਲੈ ਕੇ ਆਏ ਆ। ਕਹਿੰਦੇ ਖੋਲੋ। ਤਾਂ ਜਦ ਖੋਲਿਆ ਸ਼ਹਿਦ ਤਾਂ ਪੁਰਾਣਾ ਹੋ ਗਿਆ, ਤਾਂ ਨਹੀਂ ਕੀੜਾ ਪੈਂਦਾ, ਉਹ ਨਵੇਂ ਚ ਕੀੜੇ ਪੈ ਗਏ। ਗੁਰ ਸਤਿਗੁਰੂ ਸਤਿਗੁਰੂ ਪਾਤਸ਼ਾਹ ਕਹਿੰਦੇ ਕੀੜਿਆਂ ਵਾਲਾ ਸ਼ਹਿਦ ਲਿਆਂਦਾ ਮੇਰੇ ਵਾਸਤੇ, ਤੇ ਨਾਲੇ ਜਦੋਂ ਮੈਂ ਮੰਗਿਆ ਉਹਨੂੰ ਦਿੱਤਾ ਨਹੀਂ। ਤੁਸੀਂ ਕਦੋਂ ਮੰਗਿਆ? ਮੈਂ ਤਾਂ ਹੁਣ ਪਹੁੰਚੇ ਆ। ਕਹਿੰਦੇ ਮੰਗਿਆ ਸੀ, ਤੁਸੀਂ ਜਵਾਬ ਦੇ ਦਿੱਤਾ ਮੈਨੂੰ ਉਹਨੂੰ, ਤੇ ਹੁਣ ਮੇਰੇ ਮਗਰ ਚੱਕੀ ਫਿਰ ਜੋ ਕੀੜਿਆਂ ਵਾਲਾ, ਹੁਣ ਇਸ ਕੀੜੇ ਪੈ ਗਏ। ਉਹ ਹਰਾਮ ਵੀ ਇਹ ਤਾਂ ਪੁਰਾਣਾ ਹੋ ਕੇ ਵੀ ਖਰਾਬ ਨਹੀਂ ਹੁੰਦਾ, ਨਵੇਂ ਚ ਕਿਵੇਂ ਪੈ ਗਏ? ਪਾਤਸ਼ਾਹ ਕਹਿਣ ਲੱਗੇ ਮੰਗਿਆ ਸੀ ਤੁਹਾਡੇ ਕੋਲੋਂ। ਕਹਿੰਦੇ ਕਿੱਥੇ ਜੀ? ਕਹਿੰਦੇ ਸਰਾਂ ਦੇ ਵਿੱਚ ਉਹ ਸੇਵਾਦਾਰ ਨੇ ਮੰਗਿਆ ਸੀ ਨਾ। ਕਹਿੰਦੇ ਹਾਂ ਜੀ। ਤੇ ਕਹਿੰਦੇ ਮੈਂ ਕਿੱਥੇ ਵਸਦਾ? ਮੈਂ ਤਾਂ ਸਾਰਿਆਂ ਵਿੱਚ ਹੀ ਵਸਦਾ ਯਾਰ। ਜੀ ਤੁਸੀਂ ਉੱਥੇ ਚਮਚਾ ਦੇ ਉਹਦੇ ਵਿੱਚ ਕੀ ਹੋ ਜਾਂਦਾ? ਚੱਕੋ ਮਟਕਾ ਬੰਦ ਕਰੋ, ਪਹਿਲਾਂ ਉਹਨੂੰ ਦੇ ਕੇ ਆਓ। ਕੋ ਸਤਿਗੁਰੂ ਜੇ ਸਿੱਖ ਗੁਰੂ ਨਾਲ ਪਿਆਰ ਕਰਦਾ ਤੇ ਗੁਰੂ ਵੀ ਸਿੱਖ ਨਾਲ ਮਾਂ ਪੁੱਤ ਵਰਗਾ ਪਿਆਰ ਕਰਦਾ ਹੈ। ਮਾਂ ਵੀ ਕਹਿੰਦੀ ਹੈ ਪਹਿਲਾਂ ਮੇਰੇ ਪੁੱਤ ਨੂੰ ਖਵਾਓ। ਕੋ ਸਤਿਗੁਰੂ ਆਪ ਭਾਵੇਂ ਭੁੱਖੀ ਸੌਂ ਜੇ, ਬਹਾਨਾ ਬਣਾ ਦੂਗੀ, ਉਹ ਤਾਂ ਮੈਂ ਨਾ ਖਾ ਲਈ ਸੀ, ਮੈਂ ਕੁਝ ਹੋਰ ਖਾ ਲਿਆ ਸੀ, ਇਹ ਤੂੰ ਖਾ ਲਾ ਹੁਣ। ਕੋ ਸਤਿਗੁਰੂ तो सतगुरु पातशाह कहते जाओ पहला उस सिख को खवा के आओ, फिर सही होगा। वो उस तरह बन के उत्तों मटके ने कपड़ा वापस आए, जब ਉਹਦੇ ਕੋਲੇ आके खोलिया तो कोई कीड़ा नहीं, फिर उन्होंने करची 2 करचियां शहद दे के फिर वापस गए। ये गुरु दे जिहड़ियां रमज है ना, इन्हां समझना बहुत मुश्किल है। धन गुरु गोबिंद सिंह जी तीसरे लाकड़ी नूं कहंदे मित्रा भोजन छका, वो कहना हजे भोग नहीं लगिया, भोग लवा के फिर देवांगे। कौन तिस ते आगे चल करे, किसी प्रकार जाच वो करे। 5 7 10 जिन्ने भी लंगर चलदे सतगुरु प्यारो आनंदपुर साहिब दे आसे पासे आपको अपने घरां च ਤਾਂ ਉਹਨਾਂ ਸਾਰਿਆਂ ਨੇ ਇਦਾਂ ਜਵਾਬ ਦੇ ਦਿੱਤੇ ਜੀ। ਕਹਿਓ ਬੈਠ ਸੰਗਤ ਨਹਿ ਆਈ, ਮਿਲੇ ਸਕਲ ਪੁਨ ਲੀਜੋ ਖਾਏ। ਉਹ ਕਹਿੰਦੇ ਬਹਿ ਜਾ, ਇਕੱਠਿਆਂ ਨੂੰ ਛਕਾਵਾਂਗੇ, ਸੰਗਤ ਇਕੱਠੀ ਹੋ ਜਾਣ ਦਿਓ ਪਹਿਲਾਂ, ਫਿਰ ਇਕੱਠਿਆਂ ਨੂੰ ਵਰਤਾਵਾਂਗੇ। ਪਾਤਸ਼ਾਹ ਕਹਿੰਦੇ ਤੁਹਾਡੀ ਮਰਜ਼ੀ ਆ। ਤੇਰੇ ਬਹੁਤ ਤਲ ਹੱਥ ਨਾ ਆਇਓ, ਡੋਲਤ ਕਰ ਕਰ ਗੁਰ ਅਕੁਲਾਇਓ। ਔਰ ਸਤਿਗੁਰੂ ਪਾਤਸ਼ਾਹ ਇਹਨਾਂ ਦੀ ਬੋਲ ਬਾਣੀ, ਇਹਨਾਂ ਦਾ ਗੁਰੂ ਪਿਆਰੋ ਸੰਗਤ ਨਾਲ ਵਰਤਾਓ ਜੱਜਮੈਂਟ ਕਰਕੇ ਨਾ ਗੁੱਸੇ 'ਚ ਬਹੁਤ ਆ ਰਹੇ ਆ ਕਿ ਕੁਛ ਕਰਾਂ, पर जो कुछ करते तो भेद खुलता, इस करके कल कोई नहीं। अज जो कहते हैं इन्होंने जवाब सुन लिए, बाकी गल कल करांगे। इस करके पातशाह व्याकुल हो गए इन्हां दीयां गल्लां सुन सुन के। कोई बहाना मारता, लंगर छकाउंदा नहीं, कोई बहाना मारता है। उपजे क्रोध जो फिरे विशाल, चले आए पुन जय नंद लाल। गुस्सा तो बहुत आया, पर पातशाह चुप करके उन्हां कोलों आ गए ते भाई नंद लाल दे घर पहुंच गए। एदी भी ड्यूटी लाई है भी तू भी लंगर छकाया कर, आया गया नो। सिख स्वरूप देख कर पाए, निकट होए कर गरीब निभाए। और भाई नंद लाल जी गोया ने वेख्या जो कोई सिख आया, कोई साध, कोई फकीर, जो भी जैसा भी रूप धारिया सतगुरु ने देख करके हाथ बन के सामने आया। आओ महाराज पूजो किस कारज को आए, गुरबच कहो सुधा कुलाए। आओ भाई गुरमुखा किवें आया? पातशाह पछाण पाउणू भी नहीं आई। पातशाह कहने गुरमुखा भुख लगी सी। सुनत गयो लंगर में ताए, भोजन मात्र सोली रुचाए। और गुरु प्यारे भोजन ਇਹਦੇ ਕੋਲੇ भी तैयार नहीं है जी। ਇਹਨੇ आटा गुन के रखिया ते दाल उबल रही है, बन रही है। पर यही उस तरह ही आके कह लगे जी आ तैयार है, अजे दाल उबली जाती है, आटा गुनिया पे, बस 5 मिनट बैठो मैं कहानू पका के दे देता। आटा भीगी दाल, लोन की ले समदा नाल। बस मैं हुण 2 मिनटां विच तड़का ला के ते आटा गुनिया पिया ते कहानू छका देंदा। आन सिख के आगे तरी, गौर करे होए बिरती करे। पर यह तो बड़ी काली कर लगे। हुण सतगुरु पातशाह भेस बदलिया होया, कहते नहीं सिखा, मेरे नाल दे साथी अगे निकल गए हन, मेरे कोल टाइम नहीं बैठण दा। देखो बे अज आहे अबर तैयार होवत जे बहे। देखो महाराज आ ता तैयारी हो चुकी, आटा गुन छड्डिया, दाल उबल रही है, बस तड़का लाउणा, 2 मिनट बैठो। कहते नहीं, तू ऐदां ही दे दे जिवें हैगा। अबिलागत कीजे खल खेद, हटे हरकत तर गुर आदेद। सतगुरु पातशाह जी कह लगे नहीं,
तू इदां ही दाल भांडे च पा दे ते आटा गुन्निया फड़ा दे, असीं आपे ही अगे जाके बना लवांगे। सोने कर निज निकट रखाए, सो स्वरूप सतगुर पलटाए। और पातशाह जी ने वो चीज़ां लईयां ते अपने घर वापस आ गए जी। पैरे भूखन वस्त्र विशाल, सभा आन बैठे तिस काल। हुण वो वस्त्र धारे आ जो सतगुरु सभा विच बैठन लगे पाउंदे आ ते उन्हां वस्त्रां नूं पहन करके धन गुरु गोबिंद सिंह जी सभा विच आए हन। उन चर्चा विच सभा चलाए, आप अपनी देख बताए। और बई सिखो लंगर किवें चलदे आ, 10-12 दिनां बाद अज फेर पुछ लिया देख कहंदे लंगर नूं। और बई सिखो फिर तुहाडे लंगर किवें चलदे ने? ये तो अन लंगर होई तैयार, सिख संगत सब करे आहार। किन्नी क संगत आउंदी है तुहाडे लंगरां च? किन्ना तुसीं लंगर भोजन ते राशन आदि लाउंदे हो? स्वर्गल कीर्तन सब विदताए, विचरे हम डेरन समुदाय। महाराज बहुत वधिया चलदे है। पातशाह कहंदे बिल्कुल नहीं चलदे। कौन सतनाम क्यों महाराज? कहते कल तुहाडी प्रीख्या ले आया, मैं तुहाडे लंगरां विच गया सी। किन्हों कहो कुछ देर सुनावे, अनसिद्ध ने अनतेह लियावे। और सारियां ने मैनू जवाब दिता उस वेले। किसी ने कुछ कहा, किसी ने कुछ कहा। कोई कहता टाइम लगूगा, कोई कहता हजे आटा नहीं छाणिया, कोई कहता हजे भोग नहीं लग्या। जिन्ना जिन्ना उन्होंने कहा सी पातशाह ने सारियां नूं जदों सुना दिता ना, फिर सारे आने गुरु प्यारों कल खड़े हुए भी आ की बन गया। सबसे कनके छुदा जनाए, किसके बैठना कुछ मुख पाए। मैं तुहाडे सारियां लंगरां च गया, सारियां तो प्रसादा मंगिया, पर किसी ने मैनू एक बुरकी नहीं फड़ाई जाके भी आ लो जी बैठ के खा लो। सारियां ने बहाने मारे न। और हम नंद लाल के गए, छुदा विसार जनावत भए। फिर असी भाई नंद लाल दे लंगर च गए, इनू भी कहा कि भुख लगी है मित्रा, कोई प्रसादा ही छका दे। सुनत प्रेम कर लंगर के हो, तैते आन देते पियो। और पातशाह हुण वो आटा ना सभा च चक लिया है, भलेटिया होया कोने च दाल तां रख दी, कद आटा निशानी वजो सबूत वजो कढ के कोलों आटा। कहंदे इहदे कोले गए, इहने भी सानू उसे तरह बिठाया तां प्यार नाल जल पानी छकाया, पर प्रसादा इहदे कोले भी तैयार नहीं सीगा ते इस ने सानू आ गुन्निया होया आटा विखाया ते असी इहदे कोलों आटा ते दाल लेके कच्ची पिल्ली तुर गए जी। सबसे कन को सो दिखलायो, एहो जो अन जांच कर लियायो। आहा देखो आह आटा, तुसी ऐ ना करो मैं झूठ बोलना, आ आटा किहदा है? नंद लाल हथ बन के खड़ गया, महाराज माफ कर दिओ, मैं तां बेइज्जती कीती सीगी, क्योंकि नंद लाल नूं पहला पछाण नहीं आई। ਉਹ माफी तां मंगदा है भी शायद किसी ने गुरु कोले शिकायत लाती साडी भी देखो जी मैनू लंगर नहीं छकाया, किसी माफी मंगदा है। पातशाह कहते नहीं नंद लाल माफी वाली गल नहीं, वो मैं ही सीगा, मैं खुद ही आया सी तुहाडे लंगरां विच प्रीख्या लैण वास्ते, पर किसी ने भी अगों प्यार नाल नहीं कहा कि बैठो मैं छकाउंदा हां। सारियां ने जवाब दिता, एक तू गुनिया आटा ते अद्धी कच्ची दाल मेरे सामने लिया के रखती, महाराज 5 मिनट ठहरो तो उबल जाती है ते आपां रोटियां ला लेने आ, पर मैं लैनियां नहीं सी, चुप करके लैके चला गया। नंद लाल पा हमरो दाता, भगत पाओ संतन मन राता। बस एक लंगर जे चलदा ते भाई नंद लाल गोए दा चलदा, को सतनाम यही साडा दाता है, यही ही संतां नूं संगतां नूं प्यार करदा है और प्रेम नाल छकाउंदा है। ये प्रेमा भक्ति विच रंगिया होया है। शोधत ना देख सके चिर भारो, देख करत सोई पां प्यारो। जेड़ा भुखे नूं देख के तुरंत लंगर दा इंतजाम करदा है, ओही मेरा प्यारा है। नीचा अंदर नी जात, नीची होवत नीच, नानक तिनके संग साथ वड्डियां स्यों क्या रीस के बाबे नानक ने लिखिया। ये 10वें पातशाह ने प्रैक्टिकल करके विखाता। और सतनाम गुरबाणी दे बहुत शब्दां ते जेड़े पहला लिखे हुए गुरुआं दे, अगले गुरुआं ने उन्हां ते प्रैक्टिकल करके विखा दिते। तो अज यह भी प्रैक्टिकल हो गया लांगरियां दा। जेड़े लांगरी आई संगत नूं धक्का मारदे है, जेड़े पए प्रसादे तो संगत नूं जवाब दिंदे है, जेड़ा भी गुरु की संगत नूं दिखाउंदा है, गुरु उसते करे भी खुश नहीं हुंदा। ये याद रखियो। को सतनाम जेड़ा आई संगत नूं दुख दिंदा है,
ਪ੍ਰਸ਼ਾਦਾ ਪਿਆ ਹੋਵੇ ਤੇ ਸੰਗਤ ਨੂੰ ਝਿੜਕਦਾ ਹੈ, ਚੱਕ ਕੇ ਟੋਕਰੀ ਚੋਂ ਫੜਾਉਣ ਦਾ ਮਾਰਿਆ ਜਾਂ ਐਵੇਂ ਕਿਸੇ ਹੋਰ ਵਾਸਤੇ ਰੱਖੀ ਰੱਖਦਾ ਵੀ ਫਲਾਨਾ ਆਉਣ ਵਾਲਾ ਹੈ ਆਪਾਂ ਉਹਦੇ ਵਾਸਤੇ ਰੱਖਣੇ ਹੈ, ਉਹਨੂੰ ਜਵਾਬ ਦਿੰਦਾ ਜਿਹੜਾ ਮੌਕੇ ਤੇ ਭੁੱਖਾ ਆਇਆ ਹੈ। ਜਾਂ ਕਈ ਵਾਰੀ ਰੇਲ ਗੱਡੀ ਵਾਲੇ ਵੀ ਆ ਜਾਂਦੇ ਆ ਯਾਤਰੂ, ਉਹ ਵੀ ਕਹਿੰਦੇ ਬਾਬਾ ਜੀ ਗੱਡੀ ਆਉਣ ਵਾਲੀ ਆ, ਅਸੀਂ ਗੱਡੀ ਤੇ ਚੜ੍ਹਨਾ, ਸਾਨੂੰ 4 ਪ੍ਰਸ਼ਾਦੇ ਦੇ ਦਿਓ। ਹੁਣ ਜੇ ਉਹਨਾਂ ਨੂੰ ਕੋਈ ਭਾਈ ਇਸ ਦਾ ਭੋਗ ਲਾ ਕੇ ਦੇਵਾਂਗੇ ਤੇ ਉਹਨਾਂ ਦੀ ਗੱਡੀ ਲੰਘਦੀ ਹੈ ਤੇ ਉਹ ਭੁੱਖੇ ਚਲੇ ਗਏ ਤੇ ਫਿਰ ਗੁਰੂ ਪਿਆਰਿਓ ਉੱਥੇ ਵੀ ਪਰਮੇਸ਼ਰ ਵਸਦਾ ਹੈ। ਗੁਰੂ ਨੇ ਉਸ ਲੰਗਰੀ ਤੇ ਵੀ ਗੁੱਸੇ ਹੋਣਾ ਵੀ ਤੂੰ ਕਿਵੇਂ ਨਹੀਂ ਦਿੱਤਾ ਲੰਗਰ ਉਸ ਨੂੰ ਕੋ ਸਤਿਨਾਮ। ਇਸ ਕਰਕੇ ਭਾਵੇਂ ਕਿ ਮਰਜ਼ਾਦਾ ਬਣਾਈ ਅਰਦਾਸ ਕਰਕੇ ਛਕਣਾ ਹੈ, ਪਰ ਕੋਈ ਐਮਰਜੈਂਸੀ ਵੀ ਹੁੰਦੀ ਹੈ ਕਈ ਵਾਰੀ, ਉਸ ਵੇਲੇ ਦੇ ਦੇਣਾ ਚਾਹੀਦਾ ਹੈ ਤੇ ਗੁਰੂ ਇੰਨੀ ਗੱਲ ਨਾਲ ਗੁੱਸੇ ਨਹੀਂ ਹੁੰਦਾ ਕਦੇ ਵੀ ਕੋ ਸਤਿਨਾਮ। ਅਸੀਂ ਕੇਵਲ ਲਕੀਰ ਦੇ ਫਕੀਰ ਨਾ ਬਣੀ। ਸਿੱਖ ਸੰਗਤਾਂ ਨੇ ਰੰਗੜਾ ਦੇ ਪਿੰਡ ਵਿੱਚੋਂ ਲੰਘਣ ਲੱਗੇ, ਉਸ ਪਿੰਡ ਦੇ ਵਿੱਚ ਰੰਗੜਾ ਨੇ ਗੁਰੂ ਪਿਆਰਿਓ ਹਮਲਾ ਕੀਤਾ, ਪਿੰਡ ਦੇ ਲੋਕਾਂ ਨੂੰ ਕੁੱਟਿਆ, ਮਾਰਿਆ, ਸੱਟਾਂ ਮਾਰੀਆਂ ਤੇ ਜਥਾ ਜਾ ਰਿਹਾ ਅਨੰਦਪੁਰ ਸਾਹਿਬ ਨੂੰ। ਤੇ ਜਥੇ ਨੇ ਦੇਖਿਆ ਪਿੰਡ ਵਾਲੇ ਲੋਕ ਮਿਲ ਕੇ ਜਾਂਦੇ ਆ, ਜਥਾ ਉੱਥੇ ਠਹਿਰ ਗਿਆ। ਠਹਿਰ ਕੇ ਉੱਥੋਂ ਆਟਾ ਦਾਲਾਂ ਲਈਆਂ, ਲੰਗਰ ਤਿਆਰ ਕੀਤਾ, ਉਹਨਾਂ ਜ਼ਖਮੀਆਂ ਦੇ ਪੱਟੀਆਂ ਬੰਨੀਆਂ, ਉਹਨਾਂ ਨੂੰ ਪਾਣੀ ਪੂਣੀ ਪਿਆਇਆ, ਉਹਨਾਂ ਨੂੰ ਥੋੜਾ ਫਸਟ ਏਡ ਦਿੱਤੀ। ਉਹਨਾਂ ਨਾਲ ਇੱਕ ਵੈਦ ਵੀ ਸੀ, ਉਹਨੇ ਇਲਾਜ ਕੀਤਾ ਜਿਹੋ ਜਿਹਾ ਵੀ ਇੰਤਜ਼ਾਮ ਸੀ ਉਹਨਾਂ ਦੇ ਕੋਲ। ਫਿਰ ਲੰਗਰ ਤਿਆਰ ਕੀਤਾ ਤੇ ਲੰਗਰ ਤਿਆਰ ਕਰਨ ਤੋਂ ਬਾਅਦ ਥਾਲ ਢੱਕ ਕੇ ਅਰਦਾਸ ਕਰਦੇ ਹਨ। ਅਰਦਾਸ ਕਰਕੇ ਕਹਿਣ ਲੱਗੇ ਪਾਤਸ਼ਾਹ ਆਪ ਜੀ ਦਾ ਬਖਸ਼ਿਆ ਲੰਗਰ ਤਿਆਰ ਹੈ, ਭੋਗ ਲਾਓ। ਤੇ ਜਦੋਂ ਅਰਦਾਸੀਏ ਨੇ ਇਧਰ ਨੂੰ ਮੂੰਹ ਹੈ ਅਰਦਾਸ ਕੀਤੀ, ਲੰਗਰ ਦੇ ਕੋਲ ਖੜ ਕੇ, ਥਾਲ ਦੇ ਕੋਲ ਖੜ ਕੇ ਤੇ ਮਗਰੋਂ ਆਵਾਜ਼ ਆਈ ਛੇਤੀ ਕਰੋ ਭੁੱਖ ਬਹੁਤ ਲੱਗੀ ਆ ਕੋ ਸਤਿਨਾਮ। ਸਾਰੀ ਸੰਗਤ ਘੁੰਮ ਕੇ ਮਗਰ ਦੇਖਦੀ ਹੈ ਵੀ ਹੈ ਤਾਂ ਗੁਰੂ ਸਾਹਿਬ ਦੀ ਆਵਾਜ਼ ਆ ਤੇ ਕੀ ਵੇਖਦੇ ਆ, ਗੁਰੂ ਸਾਹਿਬ ਆਪਣੇ ਘੋੜੇ ਤੇ ਉਹਨਾਂ ਸਿੱਖਾਂ ਦੇ ਮਗਰ ਖੜੇ ਆ ਕੋ ਸਤਿਨਾਮ। ਮਹਾਰਾਜ ਤੁਸੀਂ ਕਹਿੰਦੇ ਬਸ ਆਹੀ ਤਾਂ ਮੈਂ ਚੀਜ਼ ਭਾਵਨਾ ਸਾਚ ਕਹੋ, ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਹੀ ਪ੍ਰਭ ਪਾਇਓ, ਉਹੀ ਮੈਨੂੰ ਚੰਗਾ ਲੱਗਦਾ ਹੈ। ਵੈਦ ਜੀ ਇੱਕ ਦਿਨ ਮੈਂ ਤੁਹਾਡੇ ਪਿੰਡ ਗਿਆ ਸੀਗਾ ਪਰ ਤੂੰ ਮੈਨੂੰ ਮਿਲ ਨਹੀਂ ਸਕਿਆ, ਤੇਰੀ ਖਿੱਚ ਬੜੀ ਸੀ ਮੈਨੂੰ ਮਿਲਣ ਦੀ, ਪਰ ਉਸ ਵੇਲੇ ਪ੍ਰੀਖਿਆ ਪੈ ਗਈ ਕਿ ਐਮਰਜੈਂਸੀ ਕੋਈ ਕੇਸ ਆ ਗਿਆ। ਹੁਣ ਡਾਕਟਰ ਦਾ ਕੰਮ ਹੈ ਮਰੀਜ਼ ਨੂੰ ਸੰਭਾਲਣਾ, ਇਹੋ ਹੀ ਡਾਕਟਰ ਦੀ ਭਗਤੀ ਆ। ਜੇ ਡਾਕਟਰ ਮੌਕੇ ਤੇ ਮਰੀਜ਼ ਨਹੀਂ ਸੰਭਾਲਦਾ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਤਾਂ ਵੀ ਡਾਕਟਰ ਫੇਲ ਹੋ ਜਾਂਦਾ ਕੋ ਸਤਿਨਾਮ। ਇਸ ਕਰਕੇ ਉਹ ਵੈਦ ਜਿਹੜਾ ਸੀਗਾ ਐਮਰਜੈਂਸੀ ਕੇਸ ਸੰਭਾਲਣ ਵਾਸਤੇ ਗਿਆ ਤੇ ਪਾਤਸ਼ਾਹ ਉਹਦੇ ਪਿੰਡ ਹੋ ਕੇ ਮੁੜੇ ਆਏ ਸੀ ਕੁਦਰਤ, ਮਗਰੋਂ ਆਇਆ ਉਹਨੂੰ ਪਾਤਸ਼ਾਹ ਚਲੇ ਗਏ। ਫਿਰ ਬੜਾ ਪਛਤਾਇਆ, ਮੈਂ ਦਰਸ਼ਨ ਕਰਨੇ ਸੀ ਪਰ ਮੈਂ ਆ ਡਿਊਟੀ ਵੀ ਨਿਭਾਉਣੀ ਸੀ। ਪਰ ਅੱਜ ਪਾਤਸ਼ਾਹ ਉਸ ਵੈਦ ਨੂੰ ਗਲਵਕੜੀ 'ਚ ਲੈ ਕੇ ਕਹਿੰਦੇ ਵੈਦ ਜੀ ਅੱਜ ਜਿਹੜਾ ਤੂੰ ਕੰਮ ਕੀਤਾ ਤੇ ਜਿਹੜਾ ਆਰਡਰ ਕੀਤਾ ਬਿਲਕੁਲ ਸਹੀ ਕੀਤਾ ਹੈ। ਸਤਿਗੁਰ ਕਹਿੰਦੇ ਆਪਣੇ ਫਰਜ਼ਾਂ ਤੋਂ ਨਾ ਭੱਜੋ ਕੋ ਸਤਿਨਾਮ, ਆਪਣੇ ਫਰਜ਼ ਨਿਭਾਓ। ਸਿੱਖੀ ਇਹਦੇ ਵਿੱਚ ਹੀ ਹੈ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਆ ਜਿਹੜੀਆਂ ਤੁਸੀਂ ਪੱਟੀਆਂ ਬੰਨੀਆਂ ਜ਼ਖਮੀਆਂ ਦੇ, ਇਹ ਜ਼ਖਮੀਆਂ ਦੇ ਨਹੀਂ ਮੇਰੇ ਬੰਨੀਆਂ, ਇਹ ਮੈਨੂੰ ਹੀ ਸੰਭਾਲਿਆ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਕੀਓ ਤਿਨ ਹੀ ਪ੍ਰਭ ਪਾਇਓ, ਜਾਂ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪਕਾਰ ਹੋਤੇ ਕਿੱਥੇ ਵਸਦਾ ਹਰਜੂ। ਸੰਸਾਰ ਦੀ ਜਨਤਾ ਵਿੱਚ ਹੀ ਵਸਦਾ ਹੈ ਨਾ। ਭਾਈ ਕਨ੍ਹਈਆ ਵੀ ਇਹੀ ਕਹਿੰਦਾ ਕਿ ਮੈਂ ਤਾਂ ਜਲ ਛਕਾਉਂਦਾ ਹੋਇਆ ਕੋਈ ਮੁਸਲਮਾਨ ਹਿੰਦੂ ਨਹੀਂ ਵੇਖਦਾ, ਸਿੱਖ ਨਹੀਂ ਵੇਖਦਾ, ਮੈਂ ਤਾਂ ਵੇਖਦਾ ਬੁੱਕ। ਮੈਨੂੰ ਐ ਲੱਗਦਾ ਜਿਵੇਂ ਤੁਹਾਡਾ ਹੀ ਹੁੰਦਾ ਕੋ ਸਤਿਨਾਮ। ਮੈਂ ਤਾਂ ਤੁਹਾਨੂੰ ਪਾਣੀ ਪਿਆਇਆ। ਉੱਥੋਂ ਫਸਟ ਏਡ ਚੱਲੀ। ਪਾਤਸ਼ਾਹ ਜੀ ਨੇ ਫਿਰ ਪੱਟੀਆਂ ਦਾ ਔਰ ਦਵਾਈਆਂ ਦਾ ਜਿਹੜਾ ਬਾਕਸ ਦੇ ਕੇ ਉਸ ਨੂੰ ਪੱਟੀਆਂ ਤੇ ਦਵਾਈਆਂ ਫੜਾ ਕੇ ਗਿਆ, ਚੰਗਾ ਫਿਰ ਜੇ ਮੈਨੂੰ ਪਾਣੀ ਪਿਆਉਣਾ ਤੇ ਮੇਰੇ ਜ਼ਖਮਾਂ ਤੇ ਪੱਟੀ ਵੀ ਬੰਨ੍ਹ ਦਿਆ ਕਰ। ਇਹ ਰਮਜ਼ਾਨ ਸਤਿਗੁਰਾਂ ਦੀਆਂ। ਤੇ ਗੁਰੂ ਪਿਆਰਿਓ ਸਤਿਗੁਰ ਪਾਤਸ਼ਾਹ ਫਿਰ ਉਹਨਾਂ ਸਾਰੀਆਂ ਸੰਗਤਾਂ ਨੂੰ ਕੱਲੇ ਕੱਲੇ ਨੂੰ ਗਲਵਕੜੀ ਲੈ ਕੇ ਪਿਆਰ ਕੀਤਾ। ਫਿਰ ਉੱਥੇ ਬਹਿ ਕੇ ਸੰਗਤਾਂ ਕੋਲੇ ਪ੍ਰਸ਼ਾਦਾ ਛਕਿਆ। ਫਿਰ ਸਾਰੀ ਸੰਗਤ ਨੂੰ ਆਪਦੇ ਨਾਲ ਅਨੰਦਪੁਰ ਸਾਹਿਬ ਲੈ ਕੇ ਇਕੱਠੇ ਆਏ ਕੋ ਸਤਿਨਾਮ। ਉਹ ਕੈਸਾ ਸਮਾਂ ਹੋਵੇਗਾ, ਉਹ ਕੈਸੇ ਸਿੱਖ ਹੋਣਗੇ ਇੰਨੇ ਪ੍ਰੇਮ ਵਾਲੇ ਤੇ ਜਿਨ੍ਹਾਂ ਨੇ ਉਸ ਵੇਲੇ ਗੁਰੂ ਦਾ ਪਿਆਰ ਦਾ ਨਿੱਘ ਮਾਣਿਆ, ਉਹ ਕੈਸਾ ਨਿੱਘ ਹੋਵੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਭਲਿਓ ਸ਼ੁੱਧ ਨਾ ਦੇਖ ਸਕੇ ਚਿਰ ਭਾਰੋ, ਜਿਹੜਾ ਕੋਈ ਭੁੱਖੇ ਨੂੰ ਲੰਮਾ ਸਮਾਂ ਨਾ ਦੇਖ ਸਕੇ। ਜਿਵੇਂ ਕਰੋਨਾ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਾਂ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ, ਦਿੱਲੀ ਦੱਖਣ ਜਿੱਥੇ ਵੀ ਵਸਦੀਆਂ, ਉਹਨਾਂ ਨੇ ਉਹ ਸਮਾਂ ਸੰਭਾਲਿਆ। ਗੁਰੂ ਨਾਨਕ ਉਹਨਾਂ ਤੇ ਬਹੁਤ ਖੁਸ਼ ਹੈ ਕਿ ਤੁਸੀਂ ਮੌਕਾ ਸੰਭਾਲਿਆ। ਦੂਜੇ ਭਾਵੇਂ ਕੁਛ ਵੀ ਕਰਨ,
दूजे भावें सानू ना प्यार करन, पर असी जिहड़ी ड्यूटी लाई है सतगुर ने वो निभाउंदे रहंदे आ। हो सतनाम समय समय तां खैर मनोबिरतियां उत्थे रखीए। नंद लाल नूं कहण लगे बस इहो ही वड्डा लांगरी है, सही लांगरी है जिहड़ा संगतां दी संतां दी सेवा करदा है, जिहड़ा भुखे नूं लंबा समा देख नहीं सकदा और लंगर बना के छकाउंदा है, ओही मैनूं प्यारा लगदा है जी। को देखे सुधा विसाला तिसे बतावे नैचे काला। और सिख नूं बहुत भुखा वेख के उसनूं भोजन की तैयारी विच देर ना दसे, ये ना कहे कि हजे टाइम लगूगा, ओनू बिठा लवे। जागो कर पोखर को करे सो सिख मोहे प्रसन्नता करे। जिवें किवें करके उस भुखे नूं रजाउणा चाहिए, वो सिख ही मैनूं खुश लगदा है और मैं भी उते बड़ा प्रसन्न हां। अन्न दान सम नाहिन अन्न चूदत बिकते देनर धन। इस करके किसी नूं भोजन छकाउण दे बराबर कोई भी दान नहीं है, ये सीधा हिरदे विच जांदा है ते अगों जमील आत्मा असीसां दिंदी है। बंदा मूंह चों बोले जां ना बोले, लेकिन नाड़ा जिहड़ी है उन्हां चों वार-वार शुक्रिया निकलदा। को सतनाम उन्हां चों धन्नवाद निकलदा नाड़ा चों जदों भर जांदी है। ताइयों तो भगत कबीर साहब जी कहते ओ भलियो ये अन्न ही तो परमेश्वर है, छोटा अन्न करे पाखंड, ना सुहागा ना कोई रंड, ना वो रंडियां विच है ना सुहागणा विच है, भाव ना वो रब नूं पा सकदा ना मनुखा जन्म उसदे काम आउणा, ओदा लोक ते परलोक दोने ही खराब हो सकदे। इस करके सतगुर पातशाह कहने किसी नूं भोजन छकाओ, खाण वाली वस्तु दे दिओ, इदों बड़ा कोई दान नहीं है। अन्न दान समय विचारो रहने के 2 दिन संज सकार। और भोजन छकाउण वेले ना दिन वेखो ना रात वेखो, जदों आ गया उदों ही छकाओ। तो बाबा निधान सिंह जी जिहड़े फौज विच नौकरी करदे सीगे, 10वें पातशाह जी उदों अलोप हो चुके सी, गए तो किते भी नहीं, हुण भी इत्थे घूमदे फिरदे है, ना उन्होंने शरीर त्यागे है ना वो चिखा च बड़े है, चिखा दे विच भी ऐडी किरपान सिट के ते नीले ते टप गए। को सतनाम क्योंकि उन्होंने गुरता गद्दी अगे दे दी सीगी। हमेशा गुरु इको ही रहा है, बाबे नानक तो लैके दूजा अलोप हो जाता चाहे शरीर त्याग दिंदा। को सतनाम पर गुरु गोबिंद सिंह जी अलोप होए ना अपने घोड़े ते, अगे जाके सिख नूं मिले एक साधु नूं और उसनूं प्रसाद फड़ा के बाटा फड़ा के जा मेरे सिखां नूं हजूर साहब जाके कह मैं किते नहीं गयागा, रोवो ना, मैं 2 लोकां दा मालक हां, कदे इत्थे कदे उत्थे, जदों याद करोगे आ जाया करूंगा। को सतनाम जाके समझा सिखां नूं ये भी घटना हुई है। तो हुण की होया, बाबा निधान सिंह जी नूं कहंदे 10वें पातशाह जी ने दर्शन दिते और ड्यूटी लाई बई तू हजूर साहब जा उत्थे संगत नूं लंगर छका, जाके लंगर सेवा करनी। इन्हां ने उस बचनां नूं संभालदे होए फौज दे विचों आ गए ते हजूर साहब जाके लंगर दी सेवा करनी शुरू करती। जां लंगर दी सेवा करनी शुरू करती, हुण जिहड़े उत्थों दे लोक है उन्हां ने एक समा रखिया होया है भी 8 बजे तड़के लंगर शुरू करना है तो शाम के 8 बजे बंद कर देना है, भावें कोई 8:30 बंदा आ जाए मुड़ के गेट नहीं खोलना। हो सकता फिर की होया, बाबा निधान सिंह जी उत्थे सेवा कर लगे। हुण इन्हां ने कोई कमरा नहीं लिया, असीं कई बारी गुरु घर जाके कमरा लभदे फिरदे हैं, घरे कमरियां च पहले उत्थे खुले दर्शन कर लो, कोई कमरा नहीं लिया, लंगर के मूहरे पै जाते हैं और लंगर के मूहरे पै जाते हैं। हुण कई संगतां इधरों चलियां होईयां दूरों ते रात नूं पहुंचदियां, कोई 12 कोई 1, हुण बसां विच बैठियां नूं भुखां भी लगियां हुंदियां ते उन्हां ने फिर जाके उतर के लंगर बनी जाना। जब लंगर बनी जाना तो अंदर लंगर तो टोकरी च पिया हुंदा, पर नंदेड़ साहब वाले हजूर साहब वाले वो कहन लगे सिख प्रबंधक कहते भी रात को लंगर नहीं खोलना, पर बाबा बेपरवाह निधान सिंह इन्हें गेट खोलना, अंदर जो दाल भाजी लंगर होना चक के उन्होंने छका देना, कोई गल तो है नहीं गी। पर उन्होंने कहना चोरी हो जू, भांडे लै जू, वो चक के ये लै जू, वो लै जू, वो लड़ाई कर लगे बाबा निधान सिंह जी ने। अखीर बाबा निधान सिंह देखा भी मैंने इतने लंगर सेवा नहीं कर देंगे, आप काहनूं लड़ते, आप चलते हैं पिंड नूं, अपना बोरिया बिस्तरा बनिया बैग चक्या ते स्टेशन ते आके बैठ गए। हो सकता कहते जदों स्टेशन ते आके बैठ गए, हुण गुरु साहब कहते हैं भी इहो ही तां वड्डा कारज आ लंगर चलाउणा, ते गुरु साहब तो कहते रहा ना गया ते बाबा निधान सिंह जी नूं स्टेशन ते आके मिले समेत घोड़े ते बैठे हुए। बाबा निधान सिंह जी पछाण लिया, महाराज तुसीं
मैं कहा हाँ बाबा तू किधर चले आ? कहता मैं पिंड चले जी। क्यों? तेरी सेवा ड्यूटी लाई सी लंगर दे विच। मैं ड्यूटी तो लाई सी पर इत्थों वाले प्रबंधक मैनू सेवा नहीं कर देंगे। क्यों? की कहते हैं? मारो कहते रात को लंगर नहीं खोलना। और आप जी दी संगतां दूरों दूरों आउंदियां, कई रात को 12-1 बजे 2 बजे 4 बजे आउंदियां, अंदर लंगर पिया होंदा है। पर मैं जो गेट खोल के लंगर उन्होंने छका दिया तो तड़के मैंने लड़दे तू लंगर क्यों खोलिया? महाराज मैथों नहीं इदा का लंगर चलता फिर लड़ाई करके को सतनाम। अच्छा कहना तू की चाहना है? महाराज मैं तो कहना लंगर 24 घंटे चले, संगत कदे भी आ सकती है। चंगा जा फिर गोदावरी के किनारे ते जो भी तेरे को है ना ये लंगर शुरू कर दे। अज तो बाद खीसा मेरा ते हाथ तेरा, लंगर अतुट ही चलेगा। तो बाबा निधान सिंह के लंगर को बंद करने वास्ते गेट नहीं लाएगी, जी मेन ड्यूटी है कोई गेट नहीं लगे, क्योंकि 24 घंटे चलाना गेट बंद ही नहीं करता, फिर लाना काहदे वास्ते है? गेट ही फिट नहीं किया उत्थे। ते गुरु प्यारे अज होर कल होर उन्होंने शुरुआत विच जिहड़े पैसे सन कोले उन्हां दे नाल दाल बना ली, जिन्ना आटा मिलिया प्रशादा बना लिया, संगत आ गई, लंगर छका दिता। और उन्होंने संगतां ने वेख्या बाबा निधान सिंह उत्थों इत्थे आ गए, फिर संगतां दे राही ही गुरु साहब ने पैसा भेजना शुरू करता। को सतनाम। संगतां लंगर च हिस्सा पाना शुरू करता। अज होर कल होर अज तुसीं उत्थे जाके देख सकते हो 24 घंटे लंगर बनता है और लंगर दे विच तरह तरह के खाने बनते हैं। को सतनाम। कदे खीर बनता, कदे कड़ाह बनता, कदे सूजी बनती है, कदे मठियाई चलती है। और महापुरुष जो चला रही है लंगर अज तक उस लंगर ने कदे 24 घंटे बंद नहीं होना किया, लंगर चल सो चल ही रहता है। तो इस चीज को मेरे प्रीतम चाहते हैं, कहते प्रशादा छकाउण तो वड्डा कोई पुण्य नहीं है, कोई दान नहीं है। पुण्य दर्शात जे परब नाहिन प्रतीके त्यागे सर्ब। और पूर्णमासी दर्शन आदि जेड़े त्योहार हैं इन्हां दी इंतजार ना करो, सब नूं छड्ड के छका लिया करो। पर असीं तां माघी ते छकाउने आ। हो सतनाम। माघी तो एक दिन पहला कोई आज जमा नहीं दिंदे कि माघी वाले दिन रजिया हुई बाहों फड़ फड़ के 2 पूरियां का खा ला। कहना मैं पहला 5 लंगर तू खाया, मैं नहीं खा सकता हुण को इनू खवाउणी है इत्थे बैठ धक्के नाल खवाउंदे आ ते माघी तो अगले दिन फिर नहीं छकाउणी। को सतनाम। प्रीतम जी कहते 11 मास पास के रखा एके माहे निधाना। वो वीर मुसलमान वीर है जेड़े वो 1 महीने गुरु प्यारे रोजे रखते हैं ते 11 महीने सो खूब लोगों का गल वढ़ते हैं। कहते तुहानू कदे 12वें महीने 1 महीने ही रब मिलना, रोजे वाले महीने अगले बाकी महीने नहीं मिल सकता रब। को सतनाम। बाकी समय नहीं परमेश्वर की लौट तुहानू 12 मास 11 मास पास के रखे एक माहे निधाना। आशा कहते हो तुसी कले गुरपुरबां देखिया करो भी फलाने गुरपुरब ते लंगर चलावांगे, अगे पीछे भी जब तुहाडे दर ते कोई आ जाए ना छका दिया करो, जो बना के छका तो कितना कहना वधिया है। इस करके बाबा जी कहते वो ना ढीकिया करो भी फलाने दिहाड़े ते आपां लंगर लाउणा नहीं। गुरु कृपा की बाहर भाई जोगिंदर सिंह लंगर लाउंदा है, वो रोज ही लाउंदा है। हुण संगतां विच हिस्सा पाउण लग पईआं, कितना वधिया। चलो अंदर अपने कोरोना करके बंद कीता है तो गरीब लोग उत्थे ही छक लैंदे आ। को सतनाम। बहुत वधिया गल है ना, गुरु दा जिहड़ा वचन पालिया जा रहा है। धन्यवाद मेरे प्रीतम जी कहते और तुसी दिहाड़ियां नूं ना रीकिया करो। पुण्यो 10 आद जे पुरब नहर प्रतीक्षा त्यागे सर्ब। इन्हां कर्म कांडां तो निकलो, जदों भुखा आ जी उहनूं छकाओ। पात्र या पात्र हित कोए उच्च नीच कैसो नर होए। ये भी ना देखो कि मैं कल्ले सिखां नूं छकाउणा है, उत्थे हिंदू या मुसलमान आ गया या मोना भोना आ गया या मैले कपड़ियां वाला आ गया उहनूं नहीं छकाउणा। नहीं नहीं, कई बारी घर दे विच भोग पाउणे आपां ते भोग पाउण वेले गुरु प्यारे असीं देखदे हां रिश्तेदारां नूं एक बाज खड़े होंगे डोलू लैके बेचारे गरीब उन्होंने भुख लगी होंगी है। कहते बाबा सानू परे हट पहला रिश्तेदार खा लेंगे, लंगर नहीं आ वो तेरी अपनी घरेलू पार्टी है, लंगर ना कह। फिर उन्होंने नानक का मोदी खाना नानक का लंगर ना कह, ये तू उस नाम को लैके बदनाम कर रहे हैं। को सतनाम। एक बार एक महापुरुष लोग कोई मनुख कह लगे बाबा जी
अपने घर ना कल नूं भोग पैना ते तुसीं लंगर ते आयो जरूर, जल पानी छको नाले भोग ते आयो। ते महापुरुष कहते कोई नहीं भाई, जे समा लगे तो आ जाना। ते फकीर भी इस तरह ही चलेगा। जे पातशाह ने हिसाब किताब किया, उन्हें भी भेस बदले आ ते नाल एक दो अपने बच्चे भी उहे जे ले ले, उन्होंने भी भेस बदले ते हाथ में सिल्वर के डोलू जे फड़ के जा खड़े उन्होंने बाद च। हुण जे तां गया होना बाबा असली रूप च गड्डी ते, फिर तां बाबा जी आ गए, बाबा जा गए, आओ जी कित्थे बिठाइए तुहानूं, आओ अंदर बैठ के ते बैठो उत्ते चकावांगे। बाबा भेस बदल के चले आ गया। को सतनाम उस घर के मालक नूं कई बारी उस बाणे च कहा, फकीर भेस च, साधुआं दे भेस च, गरीबां दे भेस च, भाई मैनूं प्रशादा छका दे। बाबा उत्थे बह जा, हजे हजे रिश्तेदारां नूं छक लैण दे, ये लंगर नहीं बजदा। को सतनाम लंगर तो वो है कि कोई भी आके बैठ गया, पात्र अपात्र छकाउण जोग है नहीं छकाउण जोग, नीवा है उच्चा है, जात पात दे विच किसी तरह का है, मरासी है कि ब्राह्मण है, सिखा कुछ नहीं देखना लंगर छकाउण वेले। को सतनाम कुछ नहीं देखना गा, तो लंगर ऐसा छकाउणा है, पात्र अपात्र ना हेर तकोए, ऊंच नीच कैसो न होए। बस लंगर छकाउणा है, भाई कन्हैये वांगू जल छकाउणा है, ये नहीं देखना छले छकण वाला कौन है। देखत छूत ध्यान को दे, सकल दान के फल अद के। तो भुखा देख के उसनूं तुरंत भोजन छका देना चाहिए। ये सारे दाना तो बड़ा दान है, और खास गुरपुरबां ते नहीं, अगे पीछे भी ये सेवा कर लेनी चाहिए। जिवें आ करोना महामारी वेले बहुत वीरां ने, खास करके वो खालसा एड वालियां ने भी ढाही गुरु प्यारिओ सिख पंथ दा नाम चमकाया। इहदे नाल साडे बापू दी वडियाई है। बाहर दे लोग जिहड़े कि साडी भाषा भी नहीं जानते गे, सानू भी भावें नहीं जानते, पर उन्होंने लंगर चलदा वेख के पता किया बई ये कौन है, नानक दे सिख है। बई ऐसे गुरु घर तां साडे देशां विच भी बनाओ। फिर को सतनाम जिथे लंगर मिलता, भुखे नूं प्रशादा मिलता है, इहो जिहे स्थान तां फिर सारे देशों च होने चाहिए। भाव उन्होंने कहा कि गुरुद्वारे सारे देशों सारे शहरों च होण, जदों एमरजेंसी गरीबां नूं लोड़वंदां नूं संभालिया जांदा, जिथे गुरु किरपा करन साडी सिੱਖੀ दे विचों इह चीज़ निकले ना, होर भी गाढ़ी हो जावे, क्योंकि ये सानू गुरुआं दे दित्ते हुए वचन हन। मेरे प्रीतम जी कहते भुखे नूं देख के उसनूं भोजन देना है, इतों बड़ा कोई दान नहीं हैगा। बाम सिख प्यारो देग जो करे, छूजत नानके छुदा सोहर। वो सिख मैनू बहुत प्यारा लगता है, जेड़ा देग भाव लंगर चलाउंदा है और भुखे नूं प्रशादा छकाउंदा है। रे सब दानन दे उत्तम दान, जिसके दिए बचत है प्राण। तो यह दान क्यों बड़ा है? क्योंकि इन्हां दे नाल जीव दे प्राण बचते हैं। भुखा नहीं मरदा बंदा, कई बार भुखा भी मर जाता है, पर पातशाह जी कहते ये जिहड़ा दान है भोजन छकाया, जीव की जान भी जान आ जाती है। इस करके जिहड़ा ये बड़ा दान है, भगत कबीर साहब जी ने भी कहा कि इस तो अनाज तो बड़ा और कोई रब नहीं है। धन अनाज ठाकुर मन मानिया, ये अन्न जिहड़ा है ये तां रब है, रब जिहदे नाल मन वस आउंदा है। इस करके गुरु घर दे विच उपदेश देण तो पहला लंगर छकाउण दी प्रथा भी बनाई। तीजे पातशाह जी ने जिन्हें मैनू मिलना है पहला लंगर तो लंगर छक के आवे भाई। पेट न पईयां रोटियां ते सबे गल्लां खोटियां, जे भोजन ना छकिया होया ते फिर उपदेश भी कंन च नहीं पैंदा। को सतगुरु चूहे नची जाएंगे भुख वाले, तो फिर काले में गल किवें सुनूगा सिख। इस करके गुरु साहब ने पहला लंगर की व्यवस्था की। दूजे पातशाह जी मेरे गुरु प्यारे हो, लंगर दौलत वंडी है, तो दोनों काम चलते हैं। एक पासे माता जी लंगर चलाते हैं गुरु अंगद देव जी के महल, ते गुरु अंगद देव जी शबद का लंगर चलाते हैं। उत्थे दो लंगर चलते हैं गुरु घर दे विच, हर थां ते चलने चाहिए। मेरे प्रीतम जी कहते सिखो इस तो बड़ा कोई दान नहीं जिहदे दित्ते आ जीव दी जान बच जाती है। जाते इस समान आन, लिहो माफल सिख सुजान। तो सिखो इतों बड़ा कोई भी दान नहीं है, कोई भी चंगा काम नहीं है, तां ते इहदा बड़ा फल भी मिलना है। सिखो ये फल लो
ਭੁੱਖੇ ਨੂੰ ਪ੍ਰਸ਼ਾਦਾ ਛਕਾ ਕੇ। श्री मुक्ति महिमा सुने ऐसे भय सुचेत सिख जे वैसे। ਹੁਣ ਜਿਹੜੇ ਲੰਗਰੀ ਸੀ ਜਾਂ ਹੋਰ ਸਿੱਖ ਸੰਗਤਾਂ ਸੀ, ਜਦੋਂ ਐਸੀਆਂ ਵਿਚਾਰਾਂ ਮੇਰੇ ਪ੍ਰੀਤਮ ਨੇ ਸੁਣਾਈਆਂ, ਸਾਰੇ ਸੁਚੇਤ ਹੋ ਗਏ ਵੀ ਗਾਹਾਂ ਤੋਂ ਐਸਾ ਨਾ ਹੋਵੇ, ਕੋਈ ਲੰਗਰ ਛਕਣ ਆਵੇ, ਕੋਈ ਐਮਰਜੈਂਸੀ ਆਵੇ, ਕੋਈ ਸਮੇਂ ਤੋਂ ਅੱਗੇ ਪਿੱਛੇ ਆਵੇ, ਉਹਨੂੰ ਭੁੱਖਾ ਨਹੀਂ ਮੋੜਨਾ, ਭਾਵੇਂ ਭੋਗ ਲੱਗਿਆ ਤੇ ਚਾਹੇ ਨਹੀਂ ਲੱਗਿਆ, ਕੋਈ ਸਤਿਨਾਮ, ਉਹਨੂੰ ਮੋੜਨਾ ਨਹੀਂ ਹੈਗਾ, ਉਹਨੂੰ ਲੰਗਰ ਜ਼ਰੂਰ ਛਕਾਉਣਾ ਹੈ। ਅਲਰਟ ਹੋ ਗਈਆਂ ਸਿੱਖ ਸੰਗਤਾਂ ਹੁਣ। ਭਾਉ ਭਗਤ ਕੋਈ ਦੀ ਧਾਰਾ ਨੈ ਪ੍ਰਸੰਨਤਾ ਗੁਰੂ ਚਾਰਾ। ਚਾਹੇ ਪ੍ਰਸੰਨਤਾ ਗੁਰੂ ਉਧਾਰਾ। ਹੁਣ ਗੁਰੂ ਦੀ ਖੁਸ਼ੀ ਲੈਣ ਵਾਸਤੇ ਸਿੱਖਾਂ ਨੇ ਪਤਾ ਲੱਗ ਗਿਆ ਨਾ ਗੁਰੂ ਸਾਹਿਬ ਆ ਗਏ ਤੇ ਕਦੇ ਵੀ ਆ ਸਕਦੇ ਆ, ਹੁਣ ਵੀ ਆ ਸਕਦੇ ਆ, ਪਰ ਭੇਸ ਬਦਲਿਆ ਹੋਊਗਾ। ਕੋਈ ਸਤਿਨਾਮ। ਹੁਣ ਉਸ ਰੂਪ ਚ ਤਾਂ ਆਉਂਦੇ ਨਹੀਂ ਜਿਹੜਾ ਰੂਪ ਉਹ ਨਾ 10ਵੇਂ ਜਾਂਦੇ ਵੇਲੇ ਸੀਗਾ, ਕਿਉਂਕਿ ਉਹ ਰੂਪ ਤਾਂ ਉਹਨਾਂ ਨੇ ਅਲੋਪ ਕਰਤਾ, ਕਲਗੀ ਲਾ ਦਿੱਤੀ ਹੈ, ਅਲੋਪ ਕਰ ਦਿੱਤਾ ਹੈ, ਕਿਉਂਕਿ ਉਹਨਾਂ ਨੇ ਉਹ ਤਾਕਤ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ ਆ। ਹੁਣ ਇਸ ਕਰਕੇ ਉਹ ਰੂਪ ਨਹੀਂ ਧਾਰਦੇ। ਕੋਈ ਸਤਿਨਾਮ। ਹਾਂ, ਉਹ ਕਹਿੰਦੀ ਆ ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਸਰੀਰ ਕਰਕੇ ਮੈਨੂੰ ਪੰਥ ਚੋਂ ਵੇਖੋ, ਆਤਮਾ ਕਰਕੇ ਬਾਣੀ ਚੋਂ ਵੇਖੋ। ਜੋ ਪ੍ਰਭ ਮਿਲਣ ਕੀ ਚਾਹੇ ਖੋਜ ਸ਼ਬਦ ਮੈਂ ਲਿਹੇ। ਜਿਹੜਾ ਮੈਨੂੰ ਜਾਂ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਉਹ ਮੇਰੀ ਬਾਣੀ ਨਾਲ ਜੁੜੇ, ਪੰਥ ਵਿੱਚੋਂ ਮੈਨੂੰ ਦੇਖੇ, ਸੰਗਤ ਚੋਂ ਮੈਨੂੰ ਦੇਖੇ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ ਪ੍ਰੇਮਾ ਭਗਤੀ ਰੱਖੋ, ਲੰਗਰ ਛਕਾਉਣ ਲੱਗੇ। ਪੁਰਾਣੇ ਬੁੜੇ ਕਹਿੰਦੇ ਹੁੰਦੇ ਸੀਗੇ ਪ੍ਰਸ਼ਾਦਾ ਛਕਣ ਵੇਲੇ ਨਾ ਛਾਕੇ ਸਖੀ ਦੇ संतोखी खाए, इसकी वासना 3 लोग को जाए। छकाउण वाला प्यार नाल छकावे ते छकण वाला सबर संतोख नाल छके। ਉਹਨਾਂ ਦੋਨਾਂ ਦੀ ਜਿਹੜੀ ਸੇਵਾ ਹੈ ਤਿੰਨਾਂ ਲੋਕਾਂ 'ਚ ਡੰਕੇ ਵੱਜ ਜਾਂਦੇ ਆ। ਇੱਕ ਰਹਿਬਾ ਨਾਮ ਦੀ ਮੁਸਲਮਾਨ ਬੀਬੀ ਹੋਈ ਆ, ਕਹਿੰਦੇ ਉਹ ਚੱਲੀ ਸੀ ਮੱਕੇ ਦੇ ਹੱਜ ਨੂੰ ਤੇ ਪੱਲੇ ਬੰਨੇ ਹੋਏ ਸੀ 4 ਪ੍ਰਸ਼ਾਦੇ ਤੇ ਚਲਦਿਆਂ ਰਸਤੇ ਦੇ ਵਿੱਚ ਭੁੱਖ ਲੱਗੀ ਤੇ ਬੈਠ ਕੇ ਖਾਣ ਲੱਗੀ। ਜਿੱਥੇ ਉਹ ਬੈਠੀ ਉੱਥੇ ਨੇੜੇ ਕੋਈ ਕੁੱਤੀ ਸੂਈ ਸੀ। ਕੋ ਸਤਿਨਾਮ। ਪਾਤਰ ਅਪਾਤਰ ਨਾ ਮੰਨੇ, ਵੇਖੋ ਇਹ ਨਾ ਵੇਖੋ ਕਿ ਇਹਨੂੰ ਛਕਾਈ ਕਿ ਨਾ ਛਕਾਈਏ। ਉਹ ਕੁੱਤੀ ਭੱਜ ਕੇ ਵੇਖਿਆ ਵੀ ਕੋਈ ਬੀਬੀ ਹੈ ਪ੍ਰਸ਼ਾਦਾ ਛਕ ਰਹੀ ਹੈ, ਅੱਗੇ ਉਹਨੇ ਦੁੱਧ ਚੜਾਉਣਾ ਬੱਚਿਆਂ ਨੂੰ ਦੂਰਿਆਂ ਨੂੰ, ਤੇ ਉਹ ਭੱਜ ਕੇ ਆਈ ਤੇ ਰਹਿਬਾ ਨੇ ਛਕਦਿਆਂ ਉਹਨੂੰ ਇੱਕ ਪ੍ਰਸ਼ਾਦਾ ਪਾਤਾ। ਤਾਂ ਬਹੁਤ ਹੌਲੀ ਛਕ ਰਹੀ ਹੈ, ਉਹਨੇ ਫਟਾਫਟ ਅੰਦਰ ਸਿੱਟਿਆ, ਫਿਰ ਕੁਛ ਮਾਰਨ ਲੱਗੀ, ਇਹਨੇ ਇੱਕ ਹੋਰ ਪਾਤਾ। ਭਾਵ ਉਹਦੇ ਇੱਕ ਪ੍ਰਸ਼ਾਦਾ ਖਾਂਦੇ ਉਹ 3 ਖਾ ਗਈ। ਕੋ ਸਤਿਨਾਮ। ਚਲੀ ਗਈ। ਹੁਣ ਰਹਿਬਾਂ ਦਾ ਜਿਹੜਾ ਇਹ ਦਾਨ ਸੀਗਾ, ਇਹ ਪੁੰਨ ਸੀਗਾ, ਇਹਦੇ ਡੰਕੇ ਜਿਹੜੇ ਹੈ ਗੁਰੂ ਪਿਆਰਿਓ ਸੱਚਖੰਡ ਵਿੱਚ ਵੱਜ ਗਏ ਵੀ ਜਿਹੜਾ ਇਹ ਦਾਨ ਅੱਜ ਇਹਨੇ ਕੀਤਾ ਨਾ, ਇਹਦੇ ਵਰਗਾ ਦਾਨ ਕੋਈ ਨਹੀਂ ਹੈ। ਤੇ ਮਾਨੋ ਅੱਲਾਹ ਪਾਕ ਉਸ ਨੂੰ ਉੱਥੇ ਹੀ ਦਰਸ਼ਨ ਦੇਣ ਵਾਸਤੇ ਆ ਗਏ। ਕੋ ਸਤਿਨਾਮ। ਪਰਮੇਸ਼ਰ ਨੇ ਉੱਥੇ ਉਹਦਾ ਹੱਜ ਪੂਰਾ ਕਰਤਾ, ਕਿਤੇ ਜਾਣ ਦੀ ਲੋੜ ਨਹੀਂ। ਮੇਰੇ ਪ੍ਰੀਤਮ ਜੀ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ 7 ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘਟ। ਜੇ ਤੇਰੇ ਵਿੱਚ ਆ ਗੁਣ ਹੈ ਤਾਂ ਤੂੰ ਧਰਮੀ ਹੈ, ਜੇ ਗੁਣ ਨਹੀਂ ਤੇ ਧਰਮ ਦੇ ਚਿੰਨ੍ਹ ਪਾ ਕੇ ਵੀ ਧਰਮੀ ਨਹੀਂ ਰਹਿ ਗਿਆ ਤੂੰ। ਕੋ ਸਤਿਨਾਮ। ਮੇਰੇ ਪ੍ਰੀਤਮ ਜੀ ਕਹਿੰਦੇ ਦੇਖ ਬਿਗੇ ਜਬ ਕੋ ਚਲੇ ਆਵੇ ਬਿਨਾ ਦੇਰ ਤਤਕਾਲ ਛਕਾਵੇ। ਹੁਣ ਸਤਿਗੁਰਾਂ ਦਾ ਅੱਜ ਸਿੱਖਾਂ ਨੂੰ ਇਹ ਦਿੱਤਾ ਹੋਇਆ ਉਪਦੇਸ਼ ਬੜਾ ਕੰਮ ਕਰਦਾ ਹੈ। ਹੁਣ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਕਿ ਹਜੇ ਲੰਗਰ ਨਹੀਂ ਬਣਿਆ, ਆਪਦਾ ਜਲਦੀ ਬਣਾ ਕੇ ਰੱਖਦੇ ਆ, ਸਨੇਹਾ ਤਿਆਰ ਕਰਕੇ ਰੱਖਦੇ ਆ, ਅਲਰਟ ਹੋ ਗਏ। ਹੁਣ ਕਿਸੇ ਨੂੰ ਜਵਾਬ ਨਹੀਂ ਦਿੰਦੇ। ਸੁਰਤ ਨਾ ਰਹੇ ਪਰਨ ਕੋ ਤਾਰਾ ਮਹਾਦਾਨ ਕੋ ਸੋ ਫਲ ਵਿਚਾਰਾ। ਉਹਨਾਂ ਨੇ ਆਪਣਾ ਲੰਗਰ ਸਫਲਾ ਸਮਝਿਆ, ਗੁਰੂ ਦੀ ਕਿਰਪਾ ਸਦਕਾ ਆਏ ਗਏ ਨੂੰ ਜਲਦੀ ਲੰਗਰ ਛਕਾ ਕੇ ਦੋਹਰਾ। ਗਏ ਸੇ ਤੁਰਤ ਜਗਤ ਤੇ ਆਇਓ ਫਾਕਨ ਮਾਸ। ਤਾਂ ਗੁਰੂ ਪਿਆਰਿਓ ਸਮਾਂ ਬਤੀਤ ਹੁੰਦਾ ਗਿਆ ਹੈ ਔਰ ਜਿਹੜਾ ਸੀਗਾ ਮਾਘ ਦਾ ਮਹੀਨਾ ਲੰਘ ਗਿਆ ਤੇ ਫਗਣ ਦੀ ਰੁੱਤ ਆ ਗਈ ਜੀ। ਹੋਤ ਹਰ ਨਾਰੀ ਨਰ ਕਰਤੇ ਹਾਸ ਬਿਨਾਸ। ਔਰ ਸਿੱਖ ਸੰਗਤਾਂ ਹੋਲਾ ਮਹੱਲਾ ਮਨਾਉਣ ਵਾਸਤੇ ਅਨੰਦਪੁਰ ਸਾਹਿਬ ਇਕੱਠੀਆਂ ਹੋਈਆਂ ਤੇ ਭਾਈ ਨੰਦ ਲਾਲ ਜੀ ਗੋਇਆ ਵੀ ਉੱਥੇ ਹੀ ਰਹਿੰਦੇ ਆ। ਦੇਖ ਅਜਾਇਬ ਗੁਰਤ ਫਾਕਨ ਸਾਹਿਬ ਆਇਸ ਆਪ ਉਚਾਰੇ। ਔਰ ਇਸ ਹੋਲੇ ਮਹੱਲੇ ਨੂੰ ਫਗਣ ਦੀ ਰੁੱਤ ਨੂੰ ਆਉਂਦਿਆਂ ਵੇਖ ਕੇ ਇੱਕ ਦਿਨ ਮੇਰੇ ਪ੍ਰੀਤਮ ਜੀ ਨੇ
की कीता है? कौशप को बलवाए दूर कयो जब कीजिए पाग की तैयारी। खजानची नूं सद्दिया कहंदे आपां होला महल्ला भी खेडना ते रंग भी पाउणे आ। खजानची नूं कहंदे तैयारी कर सारी। और कहो सब सिखन संग जता शक्ति कर सोचन सारी। मित्रों तुसी भी आपदियां तैयारियां कर लो। फगन दा महीना आया है, आपां होला महल्ला खेडना है। रंग पाउणा कोई माड़ा नहीं है, ये गुरु साहब ने रीत चलाई आ, खुशियां मनाइयां। पर दुनिया ने होली खेडी आ, दुनिया दी होली वधिया नहीं सीगी। लोकां ने चिक्कड़ पाउणा लोकां ते शुरू कर दित्ता सीगा। इहदे नाल लोकां दे अंदर मत भी नहीं सी आई ते सतगुरां ने होले दे बहाने होली दा नाम होला महल्ला रख के की कीता, दो जथे बनाउणे। एक पिंड नूं मल लेना, उत्थे चिट्टे कपड़ियां वाले ਜਿਹੜੇ ਹਨ ਉਹ ਕਾਬਜ ਹੈ ਉਹ ਜਗ੍ਹਾ ਦੇ ਉੱਤੇ ਤੇ ਇਧਰੋਂ ਖਾਲਸਾ ਜਿਹੜਾ ਹੈ ਚੜ੍ਹਦੀ ਕਲਾ ਨਾਲ ਘੋੜਿਆਂ ਤੇ ਚੜ੍ਹ ਕੇ ਸ਼ਸਤਰ ਆਦि ਪਹਿਨ ਕਰਕੇ ਗੁਰੂ ਪਿਆਰਿਓ ਲੈ ਕਰਕੇ ਫਿਰ ਜਾਂਦਾ ਹੈ, ਹਮਲਾ ਕਰਦਾ ਹੈ। ਇਹਨੂੰ ਕਹਿੰਦੇ ਆ ਹੋਲਾ ਮਹੱਲਾ, ਹਮਲਾ ਕਰਨਾ। ਭੱਜ ਕੇ ਉੱਥੇ ਜਾਂਦਾ, ਫਿਰ ਉੱਥੇ ਗੱਤਕਾ ਖੇਡ ਕੇ ਉਹਨਾਂ ਤੋਂ ਜਗ੍ਹਾ ਛਡਾਉਂਦੇ ਆ ਤੇ ਗੁਰੂ ਸਾਹਿਬ ਸਾਰਿਆਂ ਨੂੰ ਇਨਾਮ ਦਿੰਦੇ। ਜਿਹੜੇ ਵਧੀਆ ਗੱਤਕਾ ਖੇਡਦੇ ਨੂੰ ਇਨਾਮ ਦਿੰਦੇ, ਦੂਜਿਆਂ ਨੂੰ ਅਲਰਟ ਕਰਦੇ ਕਿ ਗੱਤਕਾ ਸਿੱਖੋ। ਜੇ ਅਸੀਂ ਗੱਤਕਾ ਜਾਣਦੇ ਹੋਈਏ ਨਾ, ਕੱਲਾ ਕੱਲਾ ਨੌਜਵਾਨ 10 ਬੰਦਿਆਂ ਨੂੰ ਨੇੜੇ ਨਹੀਂ ਆਉਣ ਦਿੰਦਾਗਾ। ਤੇ ਜੇ ਭਾਈ ਆ ਨਚਾਰ ਹੀ ਬਣਨਾ, ਜਿਹੜੇ ਲੋਕ ਨੱਚਣਾ ਸਿੱਖੀ ਜਾਂਦੇ ਆ, ਟਿਕਟੌਕ ਨੇ ਬੜੇ ਜਵਾਕ ਵਿਗਾੜਦੇ ਸੀ ਜੇ ਬੰਦ ਨਾ ਹੁੰਦੀ। ਲੋਕਾਂ ਨੂੰ ਬੜੀ ਆਦਤ ਪਈ ਆ ਕਿ ਜੇ ਨਚਾਰ ਬਣ ਗਏ ਤੇ ਫਿਰ ਤੁਹਾਨੂੰ ਪਤਾ ਨਹੀਂ ਕੱਲਾ ਹੀ ਧੌਣ ਤੋਂ ਫੜ ਕੇ ਕਿੱਧਰ ਲੈ ਜਾਵੇ। ਕੋ ਸਤਿਨਾਮ। ਗੱਤਕਾ ਬਾਜੀ ਅੱਜ ਵੀ ਨੇਜੇ ਬਾਜੀ ਸਿੱਖਣੀ ਬੜੀ ਜ਼ਰੂਰੀ ਆ। ਆਪਣੇ ਬੱਚਿਆਂ ਨੂੰ ਇਸ ਪਾਸੇ ਲਾਉਣਾ ਕਰੀਏ। ਪਰ ਇਸ ਚੀਜ਼ ਨੂੰ ਕੋਈ ਮੋਬਾਈਲਾਂ ਦੇ ਉੱਤੇ ਵਿਖਾਉਂਦਾ ਹੀ ਨਹੀਂਗਾ। ਉਹ ਟਿਕਟੌਕ ਵਾਲੇ ਜਵਾਕਾਂ ਜਿਹਨੂੰ ਬੜਾ ਵਿਖਾਇਆ, ਚੱਕ ਕੇ ਆਕਾਸ਼ਾਂ ਤੇ ਚੜਾਤੇ। ਉਹ ਕੋ ਸਤਿਨਾਮ। ਗੁਰੂ ਕਿਰਪਾ ਕਰਨ ਤਾਂ ਸਤਿਗੁਰੂ ਪਾਤਸ਼ਾਹ ਫਿਰ ਨੇਜੇ ਬਾਜੀ ਗੱਤਕੇ ਬਾਜੀ ਕਰਾਉਂਦੇ ਹੋਲੇ ਮਹੱਲੇ ਤੇ। ਜਿਹੜੀ ਉਹਨਾਂ ਦੀ ਸ਼ਕਤੀ ਹੋਲੀ ਦੇ ਬਹਾਨੇ ਕਿਧਰੇ ਹੋਰ ਹੀ ਜਾਇਆ ਹੋ ਰਹੀ ਸੀ ਵਿਸ਼ੇ ਵਿਕਾਰਾਂ 'ਚ, ਸਤਿਗੁਰਾਂ ਨੇ ਉਹਦਾ ਮੂੰਹ ਮੋੜ ਕੇ ਹੋਲਾ ਮਹੱਲਾ ਬਣਾ ਦਿੱਤਾ। ਜਿਸ ਦਾ ਫਾਇਦਾ ਇਹ ਹੋਇਆ ਕਿ ਅੱਗੇ ਜੰਗਾਂ ਯੁੱਧਾਂ ਵਾਸਤੇ ਸ਼ਸਤਰਾਂ ਦੀ ਸਿੱਖਿਆ ਵੀ ਆ ਗਈ। ਕੋ ਸਤਿਨਾਮ। ਸ਼ਸਤਰ ਚਲਾਉਣੇ ਵੀ ਸਿੱਖ ਲਏ, ਸਾਰਿਆਂ ਨੇ ਤਿਆਰੀ ਕੀਤੀ ਹੈ। और कहो सब सिखन संग जता शक्ति कर सोचन सारी। लो भी मित्रों तुसी भी तैयारी कर लो, होला महल्ला नेड़े आ गया है। लाल गुलाल विशाल अंबीर न रंग निकार अनेक प्रकारे। और तरह तरह दे रंग लियांदे गए। रंग पतंग सुरंग क्यों बो किश्क फूलन बीत निकारा। और पतंगा दे बिरछां नूं उबाल के रंग कढे गए। अजकल तां तेजाबी रंग आउंदे आ ना, उदों कुदरती रंग फुल्लां नूं घोल के तैयार कीते जांदे सी। को सतनाम। अज ये रंग जिहड़े आ साडे शरीर नूं खराबी कर सकदे आ, पर उस वेले कुदरती रंग तैयार कीते जांदे सन। सिखां ने तैयार कीते जी। जान महा खुशबू मचार परे जब चीर उठे महकारा। इस तरह गुरु प्यारिओ जदों उन्हां रंगां नूं छड्डिया जांदा सी ते खुशबुआं आउंदियां सन। सिखन कीन महातन देकर अपने अपने थान सुधारा। सिखां ने गुरु प्यारिओ आपो अपने घरां दे विच सारियां तैयारियां कर लईयां। आप गुरु अब खेन रागत खेलेंगे शुभ फान उदारा। और गुरु साहब कहंदे आ ऐतकी आपां सारे रल के होली खेडांगे, होला महल्ला खेडांगे, रंग सिटांगे। भाई नंद लाल जी भी उत्थे सन उन्हां दिनां दे विच। मैं उस वेले दी उन्हां दी बनाई हुई गजल सुना के समाप्ति करदा हां। की कहते हैं भाई नंद लाल जी वैसे फारसी च गल रहे, तुहानू पंजाबी च सुनाउने आ। माघ बतीत भए हुण फागन रुत होली दी आई है। वो समय नूं भाई साहब ने अपनी गजल विच बन्निया। माघ बतीत भए हुण फागन रुत होली दी आई है। खिड़ के लब सब वांग गुंचियां, खालसा फौजा जिहड़ियां खुश होईयां फिरदियां। लब कहदे आ बुल्लां नूं, कहंदे सारे खिड़े फिरते या खुश हुए फिरते हैं। आलम धूम मचाई है, आलम बड़े लोग इकट्ठे हो गए। अंबर मुश्क कसूरी नाफे, लाल गुलाब अंबीरां दे, इन्हां चीज़ां दे रंग तैयार कीते गए। नाफा कहंदे आ कस्तूरी, जिहड़ी मिर्ग दे धुनी चों कड्ढी जांदी आ, ओहदे विचों भी सेंट बनदा सी पहलां। ये चीज़ां कढ़ के चारों पासे बाग भादरों शहबर ला बरसाई है। ते फिर ये रंग गुरु प्यारिओ सारियां दे उत्ते एक दूजे ते पा रहे न। ते भाई नंद लाल जी गुरु गोबिंद सिंह जी नूं वेख के लिखदे न, वाह वाह क्या पिचकारी सोहनी केसर जिस विच भरिया है। हाथ दे
रंग दिले ते जिसने रंगन इश्क चढ़ाई है। गुरु ने केवल रंग बाहर ना नहीं पाया, उन्होंने अंदरला लाल रंग भी सिख ते चढ़ाया। को सतनाम। इन्हां गजलां विच डबल अर्थ है, बाहरी अर्थ भी है जो मौके ते वेखिया। ते भाई साहब जी एक वड्डे लिखारी है, ज्ञानी भी है। वो की कहते हैं गुरु गोबिंद सिंह जी नूं उस समय कहते हथ प्यारा सतगुर वाला जदों गुलाब उडांदा है, जदों मेरा प्रीतम लैके गुलाब अपने प्यारियां ते पाउंदा है, विच आकाश पताला सब दे लाली मुखड़े ते आई है। कहते उस वेले फिर सतगुरां दा ओ कौतक जिहड़ा आकाशा ते पताला तक लाली चढ़ा दिंदा। रंग मजीठी आदम दोवें रंगे उसने सदके ने। कहते आ मजीठी रंग पक्का रंग जिहड़ा सानू चढ़िया चढ़ना चाहिए गुरबाणी दा। कहते दोनों लोगों नूं ये पक्का रंग गुरु दा चढ़ाया होया सिखो। लाल टोड़ा पहल गुरु जद बाकी शब्द खिलाइए, कहते सतगुरु फिर लाल रंग का चोला पहन के गुलाबी रंग का चोला पहन के संगतां दे विच आए। जिन्ना लेख धुरों दे जागण 10 गुरां दा पांदे हो, होले महल्ले ते खास करके संगतां पहुंच रही हैं। कहते वड्डे भागां वाले अज गुरु के दर्शनां नूं आए हैं और सफल जन्म हो गया तिन्हां दा, बाकी लेस ना खाइए। कहते लेश मात्र भी होनी गल रह गई कि ओह किधरे होर चले जाणगे, उह नाले अंदर गुरु का रंग चढ़ गया। साध संगत जी साध संगत की धूड़ी उत्तों तन मन कोल घुमावां मैं। भाई नंद लाल जी गोया कहते इस गुरु की संगतां दे चरण धूड़ नूं मैं अपना लाल रंग मन के मथे ते लावां। को सतनाम। साध संगत की धूड़ी उत्तों तन मन कोल घुमावां मैं, इको तंग जगत विच सद ही गोया दिल नूं लाई है। बस तेरे संगतां दी चरणां विच बैठा रवां, ये धूड़ी मैनू मिलती रहे। ये भाई साहब ने गजल उस वेले उच्चारण की। ये साखी आपां कल नूं सफल करांगे। हुण समा समाप्ति ते आ, इत्थे रोकण दी आग्या बख्शो। बोलदे अनेक अखर बाहर घट हो जाते। सिख संगतां ते सतगुरु बख्शण जोग बख्श लेना जी। समाप्ति करिए। हे अछुत हे पार ब्रह्म अविनाशी अविनाश, हे पूरन हे सर्व मैं पंचन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे हो बनहार। हे सत्य कै सदा संग तारा आधार। हे ठाकुर हो दास रो मैं निर्गुण गुण नहीं कोई। नानक दीजै नाम दान राखो ये बरोए। आए प्रभ शरणागति कृपा नित दयाल। एक अखर हर मन बसत नानक होत निहाल। एक ओंकार सतगुरु ते प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा वाहिगुरु